ਪਿਆਰੇ ਵਿਦਿਆਰਥੀਓ, ਅੱਜ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਵਿਸ਼ੇ ਦੇ ਅੰਤਰਗਤ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਬਾਰੇ ਵਿਚਾਰ ਕਰਨਾ ਹੈ। ਸਾਡਾ ਅੱਜ ਦਾ ਵਿਸ਼ਾ ਹੈ ਸਵੈ ਨਿਯੰਤਰਣ, ਸੈਲਫ ਕੰਟਰੋਲ। ਬੇਟਾ, ਸਵੈ ਨਿਯੰਤਰਣ ਇੱਕ ਅਜਿਹਾ ਗੁਣ ਹੈ ਜਿਸ ਨਾਲ ਅਸੀਂ ਆਪਣੀਆਂ ਭਾਵਨਾਵਾਂ, ਆਪਣੇ ਆਚਾਰ ਅਤੇ ਵਿਹਾਰ ਉੱਪਰ ਕਾਬੂ ਪਾ ਕੇ ਆਪਣੇ ਮਿੱਥੇ ਹੋਏ ਉਦੇਸ਼ ਪ੍ਰਾਪਤ ਕਰ ਸਕਦੇ ਹਾਂ। ਜੇ ਅਸੀਂ ਸਵੈ ਨਿਯੰਤਰਣ ਦਾ ਗੁਣ ਸਿੱਖ ਲਿਆ ਤਾਂ ਅਸੀਂ ਆਪਣੀਆਂ ਭਾਵਨਾਵਾਂ, ਆਚਾਰ ਅਤੇ ਵਿਹਾਰ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਅਸੀਂ ਕੋਈ ਵੀ ਔਖੇ ਤੋਂ ਔਖਾ ਜਾਂ ਵੱਡੇ ਤੋਂ ਵੱਡਾ ਕੰਮ ਜ਼ਰੂਰ ਕਰ ਸਕਦੇ ਹਾਂ ਅਤੇ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਬੇਟਾ, ਸਵੈ ਨਿਯੰਤਰਣ ਸਫਲਤਾ ਵੱਲ ਪਹਿਲਾ ਕਦਮ ਹੁੰਦਾ ਹੈ। ਜੇ ਅਸੀਂ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਸਾਡਾ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈ? ਸਵੈ ਕਾਬੂ ਜਾਂ ਸੈਲਫ ਕੰਟਰੋਲ। ਬੇਟਾ, ਸਵੈ ਕਾਬੂ ਨਾਲ ਅਸੀਂ ਆਪਣੀ ਤੈਅ ਕੀਤੀ ਮੰਜ਼ਿਲ ਵੱਲ ਅੱਗੇ ਵੱਧ ਸਕਦੇ ਹਾਂ। ਸਾਡੀ ਸਕੂਲ ਵਿੱਚ ਕਾਰਗੁਜ਼ਾਰੀ ਵਧੀਆ ਹੋ ਜਾਂਦੀ ਹੈ, ਸਾਡਾ ਰਿਸ਼ਤਿਆਂ ਦਾ ਤਾਣਾ ਬਾਣਾ ਸੁਲਝ ਜਾਂਦਾ ਹੈ, ਸਾਡਾ ਆਤਮ ਵਿਸ਼ਵਾਸ ਵੱਧ ਜਾਂਦਾ ਹੈ ਅਤੇ ਇਸ ਦੇ ਨਾਲ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਵੀ ਸੁਧਰ ਜਾਂਦੀ ਹੈ। ਬੇਟਾ, ਸਵੈ ਨਿਯੰਤਰਣ ਨਾਲ ਸਾਨੂੰ ਕਿਹੜੀਆਂ ਚੀਜ਼ਾਂ ਦਾ ਫਾਇਦਾ ਹੋਵੇਗਾ? ਅਸੀਂ ਕਿਵੇਂ ਸਵੈ ਨਿਯੰਤਰਣ ਕਰ ਸਕਦੇ ਹਾਂ? ਬੇਟਾ, ਸਾਡੀ ਜਿਹੜੀ ਖੁਸ਼ੀ ਹੈ, ਅਸੀਂ ਖੁਸ਼ ਰਹਿਣਾ ਹੈ ਕਿ ਉਦਾਸ ਰਹਿਣਾ ਹੈ, ਉਹ ਸਾਡੇ ਆਪਣੇ ਕੰਟਰੋਲ ਵਿੱਚ ਹੁੰਦੀ ਹੈ। ਸਾਡਾ ਵਿਵਹਾਰ ਕਿਹੋ ਜਿਹਾ ਹੈ, ਅਸੀਂ ਆਪਣੇ ਸਮੇਂ ਨੂੰ ਕਿਵੇਂ ਇਸਤੇਮਾਲ ਕਰਦੇ ਹਾਂ, ਉਸ ਨੂੰ ਅਜਾਈਂ ਗਵਾਉਂਦੇ ਹਾਂ ਜਾਂ ਆਪਣਾ ਸਮਾਂ ਸਹੀ ਤਰੀਕੇ ਦੇ ਨਾਲ ਸੁਚਾਰੂ ਢੰਗ ਨਾਲ ਯੂਜ਼ ਕਰਦੇ ਹਾਂ, ਇਹ ਸਭ ਕਿਸ 'ਤੇ ਡਿਪੈਂਡ ਕਰਦਾ ਹੈ? ਸਾਡੇ ਆਪਣੇ 'ਤੇ ਹੀ, ਸਾਡੇ ਸਵੈ ਨਿਯੰਤਰਣ 'ਤੇ। ਇਸ ਤਰ੍ਹਾਂ ਸਾਡੀ ਪੜ੍ਹਾਈ ਵਿੱਚ ਕਾਰਗੁਜ਼ਾਰੀ ਕਿਹੋ ਜਿਹੀ ਹੈ, ਅਸੀਂ ਸਫਲਤਾ ਪ੍ਰਾਪਤ ਕਰਦੇ ਹਾਂ ਜਾਂ ਨਹੀਂ, ਸਾਡੇ ਵਿਚਾਰ ਕਿਹੋ ਜਿਹੇ ਹਨ, ਸਾਡਾ ਆਚਰਣ ਜਾਂ ਕਰੈਕਟਰ ਕਿਹੋ ਜਿਹਾ ਹੈ, ਇੱਥੋਂ ਤੱਕ ਕਿ ਸਾਡੇ ਸਰੀਰ ਦੀ ਤੰਦਰੁਸਤੀ ਵੀ ਸਾਡੇ ਆਪਣੇ ਆਪ 'ਤੇ ਹੀ ਡਿਪੈਂਡ ਕਰਦੀ ਹੈ। ਮੀਨਸ ਸੈਲਫ ਕੰਟਰੋਲ ਜਾਂ ਸਵੈ ਨਿਯੰਤਰਣ ਨਾਲ ਅਸੀਂ ਇਹ ਸਾਰੀਆਂ ਚੀਜ਼ਾਂ ਹੀ ਕੰਟਰੋਲ ਕਰ ਸਕਦੇ ਹਾਂ। ਸਾਡੀ ਖੁਸ਼ੀ, ਸਾਡਾ ਵਿਵਹਾਰ, ਸਾਡਾ ਸਮਾਂ, ਸਾਡੀ ਪੜ੍ਹਾਈ ਵਿੱਚ ਕਾਰਗੁਜ਼ਾਰੀ, ਸਾਡੀ ਸਫਲਤਾ, ਸਾਡਾ ਆਚਰਣ, ਸਾਡੇ ਵਿਚਾਰ ਅਤੇ ਸਾਡੇ ਸਰੀਰ ਦੀ ਤੰਦਰੁਸਤੀ ਕਿਸ 'ਤੇ ਡਿਪੈਂਡ ਕਰਦੀ ਹੈ? ਸਾਡੇ ਸਵੈ ਨਿਯੰਤਰਣ 'ਤੇ, ਸਾਡੇ ਸੈਲਫ ਕੰਟਰੋਲ 'ਤੇ। ਬੇਟਾ, ਜੇ ਅਸੀਂ ਆਪਣੇ ਹਰੇਕ ਕੰਮ ਲਈ ਆਪਣੀ ਸਮਰੱਥਾ ਦੇ ਮੁਤਾਬਿਕ ਇੱਕ ਸੀਮਾ ਨਿਸ਼ਚਿਤ ਕਰ ਲੈਂਦੇ ਹਾਂ ਤਾਂ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਜ਼ਰੂਰ ਹੀ ਸਫਲ ਹੋਵਾਂਗੇ। ਬੇਟਾ, ਸਕਰੀਨ 'ਤੇ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇੱਕ ਕਾਗਜ਼ 'ਤੇ ਲਿਖਿਆ ਹੈ, ਮੈਂ ਇਹ ਨਹੀਂ ਕਰ ਸਕਦਾ। ਕਈ ਵਾਰ ਸਾਡੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਇਹ ਕੰਮ ਮੇਰੇ ਕੋਲੋਂ ਹੋ ਹੀ ਨਹੀਂ ਸਕਦਾ ਜਾਂ ਮੈਂ ਇਹ ਨਹੀਂ ਕਰ ਸਕਦਾ, ਲੇਕਿਨ ਸਾਨੂੰ ਆਪਣੀ ਸਮਰੱਥਾ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਇਸ ਲਈ ਅਸੀਂ ਜਿਹੜਾ ਨਹੀਂ ਸ਼ਬਦ ਹੈ ਉਸ ਨੂੰ ਕੱਟ ਦੇਣਾ ਹੈ। ਅਸੀਂ ਹਮੇਸ਼ਾ ਕਿਸ 'ਤੇ ਫੋਕਸ ਕਰਨਾ ਹੈ? ਮੈਂ ਇਹ ਕੰਮ ਕਰ ਸਕਦਾ ਹਾਂ, ਕਿ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੈ ਜਿਹੜਾ ਨਹੀਂ ਕਰ ਸਕਦੇ। ਹਰੇਕ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਸੈਲਫ ਕੌਨਫੀਡੈਂਸ ਨਾਲ ਜਾਂ ਆਪਣੇ ਆਪ 'ਤੇ ਭਰੋਸਾ ਕਰਕੇ ਕੰਮ ਦੀ ਸ਼ੁਰੂਆਤ ਕਰੀਏ ਤਾਂ ਕੰਮ ਜ਼ਰੂਰ ਹੀ ਪੂਰਾ ਹੋ ਜਾਂਦਾ ਹੈ। ਇਸ ਲਈ ਅਸੀਂ ਕਿਸ ਚੀਜ਼ 'ਤੇ ਫੋਕਸ ਕਰਨਾ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ। ਸਾਨੂੰ ਆਪਣੀ ਸਮਰੱਥਾ ਦੇ ਮੁਤਾਬਕ ਇੱਕ ਸੀਮਾ ਨਿਸ਼ਚਿਤ ਕਰ ਲੈਣੀ ਹੈ, ਤਾਂ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ। ਬੇਟਾ, ਜੇ ਤੁਸੀਂ ਆਪਣੇ ਆਪ ਉੱਪਰ ਨਿਯੰਤਰਣ ਕਰਕੇ ਆਪਣੀਆਂ ਆਦਤਾਂ, ਆਪਣੀਆਂ ਮਨਮਰਜ਼ੀਆਂ ਨੂੰ ਆਪਣੇ ਕਾਬੂ ਹੇਠ ਕਰਨਾ ਚਾਹੁੰਦੇ ਹੋ ਤਾਂ ਕੁਝ ਸੁਝਾਅ ਹਨ ਜੋ ਇਹ ਹਨ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਕਮੀਆਂ ਅਤੇ ਆਪਣੀਆਂ ਖੂਬੀਆਂ ਦੀ ਪਹਿਚਾਣ ਕਰਨੀ ਪਵੇਗੀ। ਸਾਨੂੰ ਆਪਣੀ ਸੋਚ ਨੂੰ ਸਕਾਰਾਤਮਕ ਅਤੇ ਅਗਾਂਹ ਵਧੂ ਰੱਖਣਾ ਪਵੇਗਾ। ਸਾਡੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ? ਸਕਾਰਾਤਮਕ ਅਤੇ ਅਗਾਂਹ ਵਧੂ। ਅਸੀਂ ਹਮੇਸ਼ਾ ਪੋਜ਼ੀਟਿਵ ਸੋਚਣਾ ਹੈ, ਅਗਾਂਹ ਵਧੂ ਸੋਚ ਦੇ ਧਾਰਨੀ ਬਣਨਾ ਹੈ। ਬੇਟਾ, ਸਾਨੂੰ ਆਪਣੇ ਟੀਚੇ ਵੀ ਮਿਥਣੇ ਚਾਹੀਦੇ ਹਨ। ਅਸੀਂ ਆਪਣੇ ਟੀਚੇ ਮਿਥਣੇ ਹਨ ਅਤੇ ਉਦੇਸ਼ ਪ੍ਰਾਪਤੀ ਲਈ ਯੋਜਨਾ ਵੀ ਉਲੀਕਣੀ ਹੈ। ਸਿਰਫ ਟੀਚੇ ਮਿਥਣ ਨਾਲ ਕੁਝ ਨਹੀਂ ਹੋਵੇਗਾ, ਅਸੀਂ ਆਪਣੇ ਉਦੇਸ਼ ਪ੍ਰਾਪਤੀ ਲਈ ਯੋਜਨਾ ਵੀ ਤਿਆਰ ਕਰਨੀ ਹੈ, ਪਲੈਨਿੰਗ ਵੀ ਕਰਨੀ ਹੈ ਕਿ ਅਸੀਂ ਆਪਣੇ ਉਦੇਸ਼ ਕਿਵੇਂ ਪ੍ਰਾਪਤ ਕਰਨੇ ਹਨ। ਅਤੇ ਸਭ ਤੋਂ ਜ਼ਰੂਰੀ ਗੱਲ ਕੀ ਹੈ ਕਿ ਆਪਣਾ ਸਵੈ ਅਨੁਸ਼ਾਸਨ ਲਾਗੂ ਕਰਨਾ ਹੈ। ਆਪਣਾ ਸਵੈ ਅਨੁਸ਼ਾਸਨ ਮਤਲਬ ਕਿ ਸਾਡਾ ਆਪਣੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਹੋਣੇ ਹਨ ਜਿਹੜੇ ਕਿ ਅਸੀਂ ਆਪ ਹੀ ਸੈੱਟ ਕਰਨੇ ਹਨ। ਆਪਣੀਆਂ ਆਦਤਾਂ ਨੂੰ ਵੀ ਸੁਧਾਰਨ ਦੇ ਯਤਨ ਕਰਨੇ ਹਨ। ਰੋਜ਼ ਜੇ ਅਸੀਂ ਕੋਈ ਨਾ ਕੋਈ ਆਪਣੇ ਵਿੱਚ ਸੁਧਾਰ ਕਰਾਂਗੇ ਤਾਂ ਦੇਖੋ, ਜੇ ਅਸੀਂ ਰੋਜ਼ ਕੋਈ ਇੱਕ ਆਦਤ ਨੂੰ ਸੁਧਾਰਨ ਦਾ ਯਤਨ ਕਰਾਂਗੇ ਤਾਂ ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ? 365 ਦਿਨ। ਅਤੇ ਅਸੀਂ ਕਿੰਨਾ ਆਪਣੇ ਆਪ ਵਿੱਚ ਸੁਧਾਰ ਕਰ ਸਕਦੇ ਹਾਂ।
ਬੇਟਾ ਆਪਣੀਆਂ ਗਲਤੀਆਂ ਨੂੰ ਮਾफ़ ਵੀ ਕਰਨਾ ਹੈ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ। ਜੇ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਆਪਣੇ ਆਪ ਨੂੰ ਇਨਾਮ ਵੀ ਦੇਣਾ ਬਣਦਾ ਹੈ। ਆਪਣੀਆਂ ਵਿਲੱਖਣ ਰੁਚੀਆਂ ਤੇ ਸੁਤੰਤਰ ਵਿਚਾਰ ਪ੍ਰਗਟ ਕਰਨ ਦੀ ਹਿੰਮਤ ਵੀ ਰੱਖਣੀ ਚਾਹੀਦੀ ਹੈ। ਬੇਟਾ ਹੁਣ ਅਸੀਂ ਇਹਨਾਂ ਨੂੰ ਅੱਗੇ ਡਿਟੇਲ ਵਿੱਚ ਥੋੜ੍ਹਾ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਆਪਣੇ ਟੀਚੇ ਮਿਥੋ ਅਤੇ ਉਦੇਸ਼ ਪ੍ਰਾਪਤੀ ਲਈ ਯੋਜਨਾ ਉਲੀਕੋ। ਸਾਨੂੰ ਰੋਜ਼ਾਨਾ ਆਪਣਾ ਸਵੇਰੇ ਜਦੋਂ ਉੱਠਦੇ ਹਾਂ ਤਾਂ ਟੀਚੇ ਮਿਥਣੇ ਚਾਹੀਦੇ ਹਨ। ਆਪਣਾ ਦੇਖਣਾ ਚਾਹੀਦਾ ਹੈ ਕਿ ਅੱਜ ਮੈਂ ਕਿਹੜੇ ਕੰਮ ਕਰਨੇ ਹਨ। ਆਪਣਾ ਸਕੈਜੂਲ ਬਣਾਉਣਾ ਚਾਹੀਦਾ ਹੈ ਕਿ ਅੱਜ ਕਿਹੜੇ ਕੰਮ ਮੇਰੇ ਸਭ ਤੋਂ ਜ਼ਿਆਦਾ ਜ਼ਰੂਰੀ ਹਨ, ਜਿਨ੍ਹਾਂ ਨੂੰ ਮੈਂ ਫਸਟ ਪ੍ਰਾਇੋਰਟੀ 'ਤੇ ਰੱਖਣਾ ਹੈ, ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਨਿਪਟਾਉਣਾ ਹੈ। ਫਿਰ ਉਸ ਤੋਂ ਬਾਅਦ ਕੁਝ ਕੰਮ ਹੁੰਦੇ ਹਨ ਜਿਹੜਾ ਆਪਾਂ ਥੋੜ੍ਹੀ ਦੇਰ ਠਹਿਰ ਕੇ ਵੀ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਦਿਨ ਦੇ ਟੀਚੇ ਮਿਥ ਸਕਦੇ ਹਾਂ, ਆਪਣੇ ਆਉਣ ਵਾਲੇ ਸਮੇਂ ਦੇ, ਹਫ਼ਤੇ ਦੇ, ਮਹੀਨੇ ਦੇ ਜਾਂ ਸਾਲ ਦੇ ਟੀਚੇ ਵੀ ਮਿਥ ਸਕਦੇ ਹਾਂ। ਅਤੇ ਇਸ ਤਰ੍ਹਾਂ ਹੌਲੀ ਹੌਲੀ ਅਸੀਂ ਆਪਣੀ ਜ਼ਿੰਦਗੀ ਦੇ ਉਦੇਸ਼ ਵੀ ਮਿਥ ਸਕਦੇ ਹਾਂ। ਅਤੇ ਉਦੇਸ਼ ਮਿਥਣ ਦੇ ਨਾਲ ਨਾਲ ਕੀ ਕਰਨਾ ਹੈ, ਪਲੈਨਿੰਗ ਕਰਨੀ ਹੈ, ਯੋਜਨਾ ਬਣਾਉਣੀ ਹੈ ਕਿ ਮੈਂ ਇਹ ਉਦੇਸ਼ ਪ੍ਰਾਪਤ ਕਿਵੇਂ ਕਰਨੇ ਹਨ। ਮੈਂ ਇਹਨਾਂ ਆਪਣੀਆਂ ਜਿਹੜੀਆਂ ਮੰਜ਼ਿਲਾਂ ਹਨ ਇਹਨਾਂ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਕਿਵੇਂ ਉੱਥੇ ਤੱਕ ਮੈਂ ਪਹੁੰਚਣਾ ਹੈ। ਇਸ ਲਈ ਉਸ ਵਾਸਤੇ ਯਤਨ ਵੀ ਕਰਨੇ ਪੈਣਗੇ, ਕੋਸ਼ਿਸ਼ ਵੀ ਕਰਨੀ ਹੀ ਪਵੇਗੀ। ਬੇਟਾ ਹੋਰ ਕੀ ਕਰਨਾ ਹੈ, ਅਸੀਂ ਆਪਣੀਆਂ ਕਮੀਆਂ ਅਤੇ ਖੂਬੀਆਂ ਦੀ ਪਹਿਚਾਣ ਕਰਨੀ ਹੈ। ਅਤੇ ਜਿਹੜਾ ਸਾਡਾ ਸਵੈ ਨਿਯੰਤਰਣ ਹੈ, ਸੈਲਫ ਕੰਟਰੋਲ ਹੈ, ਉਹ ਸਾਡੀਆਂ ਕਮੀਆਂ ਅਤੇ ਖੂਬੀਆਂ ਦੀ ਪਹਿਚਾਣ ਕਰਨ ਵਾਲੀ ਚਾਬੀ ਹੈ। ਅਸੀਂ ਆਪਣੀਆਂ ਕਮੀਆਂ ਵੀ ਦੇਖਣੀਆਂ ਹਨ ਕਿ ਸਾਡੇ 'ਚ ਕਿਹੜੀਆਂ ਕਮਜ਼ੋਰੀਆਂ ਹਨ ਜਾਂ ਕਿਹੜੀਆਂ ਬੁਰੀਆਂ ਆਦਤਾਂ ਹਨ ਜਿਨ੍ਹਾਂ ਦਾ ਅਸੀਂ ਤਿਆਗ ਕਰਨਾ ਹੈ ਅਤੇ ਕਿੰਨਾਂ ਵਿੱਚ ਸਾਨੂੰ ਸੁਧਾਰ ਦੀ ਲੋੜ ਹੈ। ਅਤੇ ਨਾਲ ਦੀ ਨਾਲ ਹਰੇਕ ਇਨਸਾਨ ਵਿੱਚ ਕੁਝ ਖੂਬੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਉਹ ਅਗਾਂਹ ਵੱਧ ਸਕਦਾ ਹੈ। ਆਪਣੀਆਂ ਕਮੀਆਂ ਨੂੰ ਸੁਧਾਰਨਾ ਹੈ ਅਤੇ ਖੂਬੀਆਂ ਜਿਹੜੀਆਂ ਹਨ ਉਹਨਾਂ ਨੂੰ ਤਰਾਸ਼ਣਾ ਹੈ। ਬੇਟਾ ਆਪਣੀਆਂ ਖੂਬੀਆਂ ਅਤੇ ਕਮੀਆਂ ਦੀ ਪਹਿਚਾਣ ਕਰਨ ਦੇ ਨਾਲ ਨਾਲ ਅਸੀਂ ਆਪਣੇ ਗੁਣ, ਔਗਣ, ਆਪਣੀਆਂ ਚੰਗੀਆਂ ਅਤੇ ਬੁਰੀਆਂ ਆਦਤਾਂ ਦੀ ਪਹਿਚਾਣ ਕਰਨੀ ਹੈ ਅਤੇ ਉਹਨਾਂ ਨੂੰ ਸੁਧਾਰਨ ਦੇ ਯਤਨ ਕਰਨੇ ਹਨ। ਬੇਟਾ ਆਪਣੀਆਂ ਯੋਗਤਾਵਾਂ ਨੂੰ ਵੀ ਸਮਝਣਾ ਹੈ। ਕਿਸ ਚੀਜ਼ ਨੂੰ ਸਮਝਣਾ ਹੈ, ਆਪਣੀਆਂ ਯੋਗਤਾਵਾਂ ਨੂੰ, ਆਪਣੀਆਂ ਕੈਪੇਬਿਲਿਟੀਜ਼ ਨੂੰ ਅਤੇ ਆਪਣੀਆਂ ਕਮੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨਾ ਹੈ। ਆਪਣੇ ਆਪ 'ਤੇ ਭਰੋਸਾ ਰੱਖਣਾ ਹੈ ਅਤੇ ਸਕਾਰਾਤਮਕ ਜਾਂ ਅਗਾਂਹ ਵਧੂ ਸੋਚ ਰੱਖ ਕੇ ਅੱਗੇ ਵਧਣ ਦਾ ਹੌਸਲਾ ਕਰਨਾ ਹੈ। ਬੇਟਾ ਤੁਹਾਨੂੰ ਸਕਰੀਨ 'ਤੇ ਕੁਝ ਦਿਖਾਈ ਦੇ ਰਿਹਾ ਹੈ। ਕੀ ਦਿਖਾਈ ਦੇ ਰਿਹਾ ਹੈ? ਸੋਚੋ ਕੀ ਦਿਖਾਈ ਦੇ ਰਿਹਾ ਹੈ। ਤੁਹਾਨੂੰ ਇੱਕ ਗਿਲਾਸ ਦਿਖਾਈ ਦੇ ਰਿਹਾ ਹੈ ਅਤੇ ਇਸ ਗਿਲਾਸ ਵਿੱਚ ਕਈ ਬੱਚਿਆਂ ਨੂੰ ਇਹ ਗਿਲਾਸ ਅੱਧਾ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਕਈ ਬੱਚਿਆਂ ਨੂੰ ਲੱਗ ਰਿਹਾ ਹੈ ਕਿ ਇਹ ਅੱਧਾ ਖਾਲੀ ਹੈ। ਲੇਕਿਨ ਬੇਟਾ ਅਸੀਂ ਹਰ ਇੱਕ ਚੀਜ਼ ਵਿੱਚੋਂ ਕੁਝ ਸਕਾਰਾਤਮਕ, ਕੁਝ ਚੰਗਾ ਹੀ ਦੇਖਣਾ ਹੈ, ਕੁਝ ਚੰਗਾ ਹੀ ਪਾਲਣਾ ਹੈ। ਜੇ ਅਸੀਂ ਕਿਸੇ ਵੀ ਚੀਜ਼ ਦੀਆਂ ਊਣਤਾਈਆਂ ਜਾਂ ਕਮੀਆਂ ਦੇਖਦੇ ਰਹਾਂਗੇ ਤਾਂ ਅਸੀਂ ਅਗਾਂਹ ਨਹੀਂ ਵੱਧ ਸਕਦੇ। ਅਸੀਂ ਹਰੇਕ ਚੀਜ਼ ਵਿੱਚੋਂ, ਹਰੇਕ ਹਾਲਾਤ ਵਿੱਚੋਂ ਕੁਝ ਨਾ ਕੁਝ ਪੋਜ਼ੀਟਿਵ, ਕੁਝ ਨਾ ਕੁਝ ਸਕਾਰਾਤਮਕਤਾ ਲੱਭਣੀ ਹੈ। ਜਿਸ ਤਰ੍ਹਾਂ ਇਸ ਗਲਾਸ ਵਿੱਚੋਂ ਅਸੀਂ ਇਸ ਦੇ ਖਾਲੀਪਨ ਨੂੰ ਨਹੀਂ ਦੇਖਣਾ, ਅਸੀਂ ਇਸ ਦੇ ਭਰੇਪਨ ਨੂੰ ਦੇਖਣਾ ਹੈ। ਇਸ ਲਈ ਸਾਨੂੰ ਕੀ ਕਰਨਾ ਹੈ, ਸਕਾਰਾਤਮਕ ਅਤੇ ਅਗਾਂਹ ਵਧੂ ਯਾਨੀ ਕਿ ਪੋਜ਼ੀਟਿਵ ਸੋਚ ਅਪਣਾਉਣੀ ਹੈ। ਬੇਟਾ ਆਪਣੀਆਂ ਗਲਤੀਆਂ ਨੂੰ ਮਾफ़ ਕਰਨਾ ਹੈ, ਆਪਣੀਆਂ ਗਲਤੀਆਂ ਤੋਂ ਸਿੱਖਿਆ ਲੈਣੀ ਹੈ। ਅਤੇ ਜਿਵੇਂ ਕੋਈ ਜਿਹੜਾ ਵੀ ਇਨਸਾਨ ਹੈ ਜਿਹੜਾ ਸਫਲਤਾ ਪ੍ਰਾਪਤ ਕਰਦਾ ਹੈ, ਇਹ ਨਹੀਂ ਹੈ ਕਿ ਉਸਨੇ ਕਦੀ ਕੋਈ ਗਲਤੀ ਨਹੀਂ ਕੀਤੀ। ਗਲਤੀਆਂ ਹਰ ਇੱਕ ਕੋਲੋਂ ਹੋ ਜਾਂਦੀਆਂ ਹਨ, ਲੇਕਿਨ ਸਫਲਤਾ ਉਹਨੂੰ ਹੀ ਮਿਲਦੀ ਹੈ ਜਿਹੜਾ ਆਪਣੀਆਂ ਗਲਤੀਆਂ ਤੋਂ ਕੁਝ ਸਿੱਖਦਾ ਹੈ, ਕੁਝ ਐਕਸਪੀਰੀਅੰਸ ਲੈਂਦਾ ਹੈ ਅਤੇ ਅੱਗੇ ਤੋਂ ਉਸ ਗਲਤੀ ਨੂੰ ਦੁਬਾਰਾ ਨਾ ਦੁਹਰਾਉਣ ਦਾ ਵਾਅਦਾ ਕਰਦਾ ਹੈ। ਜੇਕਰ ਇੱਕ ਵਾਰੀ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ, ਉਸ ਤੋਂ ਸਿੱਖਿਆ ਲੈਣੀ ਹੈ, ਉਸ ਨੂੰ ਮਾफ़ ਕਰ ਦੇਣਾ ਹੈ ਅਤੇ ਅੱਗੇ ਤੋਂ ਉਸ ਗਲਤੀ ਨੂੰ ਦੁਬਾਰਾ ਦੁਹਰਾਉਣ ਦਾ ਵਾਅਦਾ ਕਰਨਾ ਹੈ ਕਿ ਮੈਂ ਕਦੇ ਵੀ ਦੁਬਾਰਾ ਇਹ ਗਲਤੀ ਨਹੀਂ ਕਰਾਂਗਾ। ਬੇਟਾ ਸਕਰੀਨ 'ਤੇ ਤੁਹਾਨੂੰ ਇੱਕ ਪੈਨਸਿਲ ਅਤੇ ਇਰੇਜ਼ਰ ਦਿਖਾਈ ਦੇ ਰਹੀ ਹੈ। ਜਦੋਂ ਅਸੀਂ ਪੈਨਸਿਲ ਦੇ ਨਾਲ ਲਿਖਦੇ ਹਾਂ ਤਾਂ ਲਿਖਦਿਆਂ ਕਈ ਵਾਰ ਕੋਈ ਗਲਤੀ ਹੋ ਜਾਂਦੀ ਹੈ। ਫਿਰ ਅਸੀਂ ਕੀ ਕਰਦੇ ਹਾਂ, ਇਰੇਜ਼ਰ ਦੇ ਨਾਲ ਉਸ ਨੂੰ ਮਿਟਾ ਦਿੰਦੇ ਹਾਂ ਅਤੇ ਅੱਗੇ ਉਸ ਤੋਂ ਬਾਅਦ ਅਸੀਂ ਸਹੀ ਕਰਕੇ ਲਿਖ ਰਹਿੰਦੇ ਹਾਂ। ਇਸੇ ਤਰ੍ਹਾਂ ਸਾਨੂੰ ਜ਼ਿੰਦਗੀ ਵਿੱਚ ਵੀ ਕਈ ਗਲਤੀਆਂ, ਕਈ ਭੁੱਲਾਂ ਹੋ ਜਾਂਦੀਆਂ ਹਨ, ਉਹਨਾਂ ਨੂੰ ਮਾफ़ ਕਰ ਦੇਣਾ ਹੈ ਅਤੇ ਉਹਨਾਂ ਤੋਂ ਸਿੱਖਿਆ ਲੈਣੀ ਹੈ ਅਤੇ ਨਾਲ ਦੀ ਨਾਲ ਕੀ ਕਰਨਾ ਹੈ ਕਿ ਅੱਗੇ ਤੋਂ ਇਸ ਗਲਤੀ ਨੂੰ ਮੈਂ ਨਹੀਂ ਦੁਹਰਾਵਾਂਗਾ, ਅੱਗੇ ਤੋਂ ਮੈਂ ਇਹ ਗਲਤੀ ਦੁਬਾਰਾ ਕਦੇ ਵੀ ਨਹੀਂ ਕਰਾਂਗਾ। ਇਸ ਤਰ੍ਹਾਂ ਅਸੀਂ ਅੱਗੇ ਵੱਧਦੇ ਜਾਣਾ ਹੈ। ਬੇਟਾ ਆਪਣਾ ਨਜ਼ਰੀਆ ਵੀ ਬਦਲਣਾ ਹੈ ਅਤੇ ਕੁਝ ਨਵਾਂ ਸੋਚਣ ਦੀ ਕੋਸ਼ਿਸ਼ ਕਰਨੀ ਹੈ।
ਆਪਣੀਆਂ ਪਿਛਲੀਆਂ ਗਲਤੀਆਂ ਤੋਂ ਕੁਝ ਸਿੱਖਿਆ ਲੈਣੀ ਹੈ, ਆਪਣੀਆਂ ਪਿਛਲੀਆਂ ਅਸਫਲਤਾਵਾਂ ਨੂੰ ਭੁੱਲਣ ਦਾ ਯਤਨ ਕਰਨਾ ਹੈ। ਕਈ ਵਾਰ ਕੋਈ ਅਸਫਲਤਾ ਹੋ ਜਾਂਦੀ ਹੈ ਤਾਂ ਉੱਥੇ ਜ਼ਿੰਦਗੀ ਨੂੰ ਹਾਰ ਨਹੀਂ ਮੰਨਣੀ, ਉੱਥੇ ਕੀ ਕਰਨਾ ਹੈ, ਉਸ ਅਸਫਲਤਾ ਤੋਂ ਸਿੱਖਿਆ ਲੈਣੀ ਹੈ, ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ ਹੈ, ਇਹ ਸੋਚਣਾ ਹੈ ਕਿ ਕਿੱਥੇ ਕਮੀ ਰਹਿ ਗਈ ਜਾਂ ਕਿੱਥੇ ਮੇਰੇ ਕੋਲੋਂ ਕੋਈ ਜਿਹੜੀ ਗਲਤੀ ਹੈ ਉਹ ਹੋ ਗਈ ਹੈ, ਅਤੇ ਉਸ ਨੂੰ ਦੁਬਾਰਾ ਕੀ ਕਰਨਾ ਹੈ, ਦੁਬਾਰਾ ਸਕਾਰਾਤਮਕ ਸੋਚ ਰੱਖਦਿਆਂ ਹੋਇਆਂ ਅੱਗੇ ਵਧਣ ਦਾ ਯਤਨ ਕਰਨਾ ਹੈ। ਇਸ ਤਰ੍ਹਾਂ ਅਸੀਂ ਆਪਣੇ ਭਵਿੱਖ ਨੂੰ ਸੁਧਾਰਨ ਲਈ ਯੋਜਨਾ ਉਲੀਕਣੀ ਹੈ ਅਤੇ ਆਪਣੇ ਮਿੱਥੇ ਹੋਏ ਟੀਚੇ ਪ੍ਰਾਪਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਹੈ। ਹਮੇਸ਼ਾ ਯਤਨ ਕਰਦੇ ਹੀ ਰਹਿਣਾ ਹੈ। ਹਰ ਨਵੇਂ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹੀ ਰਹਿਣਾ ਹੈ। ਬੇਟਾ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਆਪਣੇ ਆਪ ਨੂੰ ਇਨਾਮ ਵੀ ਦੇਣਾ ਹੈ, ਆਪਣੇ ਆਪ ਨੂੰ ਐਪਰੀਸ਼ੀਏਟ ਵੀ ਕਰਨਾ ਹੈ ਕਿ ਮੈਂ ਇਹ ਕੰਮ ਕਰ ਲਿਆ ਹੈ, ਜੇ ਮੈਂ ਇਹ ਕੰਮ ਕਰ ਲਿਆ ਹੈ ਤਾਂ ਮੈਂ ਹੋਰ ਵੀ ਕਰ ਸਕਦਾ ਹਾਂ। ਇਸ ਤਰ੍ਹਾਂ ਜੇ ਅਸੀਂ ਆਪਣੇ ਆਪ ਨੂੰ ਆਪ ਇਨਾਮ ਦੇਵਾਂਗੇ ਜਾਂ ਸੈਲਫ ਐਪਰੀਸ਼ੀਏਸ਼ਨ ਹੋਵੇਗੀ ਤਾਂ ਸਾਡਾ ਹੌਸਲਾ ਹੋਰ ਵੱਧ ਜਾਂਦਾ ਹੈ, ਉਤਸ਼ਾਹ ਹੋਰ ਵੱਧ ਜਾਂਦਾ ਹੈ ਅਤੇ ਅਸੀਂ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਬੇਟਾ ਆਪਣੀਆਂ ਵਿਲੱਖਣ ਰੁਚੀਆਂ ਅਤੇ ਸੁਤੰਤਰ ਵਿਚਾਰ ਪ੍ਰਗਟ ਕਰਨ ਦੀ ਹਿੰਮਤ ਵੀ ਰੱਖਣੀ ਹੈ। ਹਰੇਕ ਇਨਸਾਨ ਵਿੱਚ ਕੁਝ ਵਿਲੱਖਣ ਰੁਚੀਆਂ ਹੁੰਦੀਆਂ ਹਨ, ਹਰੇਕ ਦੀ ਆਪਣੇ ਸੁਤੰਤਰ ਵਿਚਾਰ ਪ੍ਰਗਟ ਕਰਨ ਦੀ ਜਿਹੜੀ ਸਮਰੱਥਾ ਹੁੰਦੀ ਹੈ। ਇਸ ਲਈ ਸਾਨੂੰ ਆਪਣੀਆਂ ਵਿਲੱਖਣ ਰੁਚੀਆਂ ਨੂੰ ਤਰਾਸ਼ਣਾ ਹੈ, ਪਹਿਲਾਂ ਲੱਭਣਾ ਹੈ, ਫਿਰ ਉਹਨਾਂ ਨੂੰ ਤਰਾਸ਼ਣਾ ਹੈ ਅਤੇ ਉਹਨਾਂ ਨੂੰ ਪ੍ਰਗਟ ਵੀ ਕਰਨਾ ਹੈ। ਇਸ ਤਰ੍ਹਾਂ ਆਪਣੇ ਸੁਤੰਤਰ ਵਿਚਾਰ ਵੀ ਪ੍ਰਗਟ ਕਰਨ ਦੀ ਹਿੰਮਤ ਰੱਖਣੀ ਹੈ, ਲੇਕਿਨ ਹਮੇਸ਼ਾ ਬਹਿਸਬਾਜ਼ੀ ਵਿੱਚ ਨਹੀਂ ਪੈਣਾ ਅਤੇ ਨਾ ਹੀ ਓਵਰ ਕੌਨਫੀਡੈਂਸ ਜਿਹੜਾ ਹੈ ਉਹ ਦਿਖਾਉਣਾ ਹੈ। ਦੂਸਰਿਆਂ ਦੇ ਵਿਚਾਰ ਵੀ ਸੁਣਨੇ ਹਨ ਅਤੇ ਆਪਣੇ ਵਿਚਾਰ ਵੀ ਪ੍ਰਗਟ ਕਰਨ ਦੀ ਹਿੰਮਤ ਰੱਖਣੀ ਹੈ। ਬੇਟਾ ਕਦੀ ਵੀ ਆਪਣੇ ਡਰ ਤੋਂ ਨਾ ਡਰੋ, ਆਪਣੇ ਡਰ ਦਾ ਟਾਕਰਾ ਕਰੋ, ਆਪਣੇ ਉਦੇਸ਼ ਤੱਕ ਪਹੁੰਚਣ ਲਈ ਆਪਣੇ ਡਰ ਉੱਤੇ ਜਿੱਤ ਪ੍ਰਾਪਤ ਕਰੋ। ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖੋ। ਜ਼ਿੰਦਗੀ ਚੁਣੌਤੀਆਂ ਭਰਪੂਰ ਹੈ। ਸਾਨੂੰ ਨਿੱਤ ਰੋਜ਼ ਕੋਈ ਨਾ ਕੋਈ ਨਵੀਂ ਚੁਣੌਤੀ ਵੇਖਣ ਨੂੰ ਮਿਲਦੀ ਹੈ। ਜਦੋਂ ਅਸੀਂ ਜ਼ਿੰਦਗੀ ਵਿੱਚ ਆਮ ਜ਼ਿੰਦਗੀ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਢੇਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਇਹਨਾਂ ਚੁਣੌਤੀਆਂ ਤੋਂ ਡਰਨਾ ਨਹੀਂ, ਇਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਣੀ ਹੈ ਅਤੇ ਸੋਚ ਵਿਚਾਰ ਕੇ ਆਪਣੇ ਆਪ ਨੂੰ ਇੰਨਾ ਕਾਬਲ ਬਣਾਉਣਾ ਹੈ ਕਿ ਅਸੀਂ ਇਹਨਾਂ ਚੁਣੌਤੀਆਂ ਦਾ ਡਟ ਕੇ ਟਾਕਰਾ ਕਰ ਸਕੀਏ ਅਤੇ ਜਿੱਤ ਪ੍ਰਾਪਤ ਕਰਕੇ ਅੱਗੇ ਵਧਦੇ ਰਹੀਏ। ਬੇਟਾ ਕੋਈ ਵੀ ਵੱਡੀ ਪ੍ਰਾਪਤੀ ਇੱਕ ਹੀ ਦਿਨ ਵਿੱਚ ਨਹੀਂ ਹੁੰਦੀ। ਵੱਡੀਆਂ ਵੱਡੀਆਂ ਇਮਾਰਤਾਂ ਇੱਕ ਹੀ ਦਿਨ ਵਿੱਚ ਨਹੀਂ ਬਣਦੀਆਂ। ਹਰੇਕ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਸਮਾਂ ਜ਼ਰੂਰ ਲੱਗਦਾ ਹੈ। ਅਸੀਂ ਦੇਖਦੇ ਹਾਂ ਕਿ ਵੱਡੀਆਂ ਵੱਡੀਆਂ ਬਿਲਡਿੰਗਸ ਹਨ, ਕਈ ਇਤਿਹਾਸਿਕ ਇਮਾਰਤਾਂ ਹਨ ਜਿਵੇਂ ਤਾਜ ਮਹਿਲ ਹੈ ਜਾਂ ਹੋਰ ਕਈ ਇਮਾਰਤਾਂ ਹਨ। ਕੀ ਇਹ ਇੱਕ ਹੀ ਦਿਨ ਵਿੱਚ ਬਣ ਗਈਆਂ? ਨਹੀਂ, ਨਿਰੰਤਰ ਯਤਨ ਹੁੰਦੇ ਰਹੇ, ਨਿਰੰਤਰ ਜਿਹੜੀ ਇਹਨਾਂ ਦੇ ਵਾਸਤੇ ਨੇਪਰੇ ਚੜ੍ਹਾਉਣ ਵਾਸਤੇ ਕੰਮ ਹੁੰਦਾ ਰਿਹਾ ਤਾਂ ਹੀ ਇਹ ਬਣਦੀਆਂ ਹਨ। ਇਸ ਲਈ ਸਾਨੂੰ ਵੀ ਹਮੇਸ਼ਾ ਯਤਨਸ਼ੀਲ ਰਹਿਣਾ ਹੈ, ਆਪਣੇ ਅਣਥੱਕ ਨਿਰੰਤਰ ਯਤਨ ਜਾਰੀ ਰੱਖਣੇ ਹਨ ਅਤੇ ਹੌਲੀ ਹੌਲੀ ਸਾਨੂੰ ਸਫਲਤਾ ਜ਼ਰੂਰ ਮਿਲ ਜਾਂਦੀ ਹੈ, ਕਿਉਂਕਿ ਹਰੇਕ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਸਮਾਂ ਜ਼ਰੂਰ ਲੱਗਦਾ ਹੈ। ਬੇਟਾ ਸਾਨੂੰ ਆਪਣਾ ਸਵੈ ਅਨੁਸ਼ਾਸਨ ਸੈਲਫ ਡਿਸਿਪਲਿਨ ਲਾਗੂ ਕਰਨਾ ਹੈ। ਸਾਨੂੰ ਆਪਣੇ ਲਈ ਕੁਝ ਰੂਲਸ ਐਂਡ ਰੈਗੂਲੇਸ਼ਨ ਸੈੱਟ ਕਰਨੇ ਪੈਣਗੇ। ਸਾਡੀ ਜ਼ਿੰਦਗੀ ਦੇ ਕੁਝ ਨਿਯਮ ਹੋਣੇ ਚਾਹੀਦੇ ਹਨ ਜਿਸ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਬੇਟਾ ਇਹ ਕਦੀ ਵੀ ਨਹੀਂ ਸੋਚਣਾ ਕਿ ਹੁਣ ਮੈਨੂੰ ਕੋਈ ਨਹੀਂ ਦੇਖ ਰਿਹਾ। ਕਈ ਵਾਰ ਮੇਰੇ ਅਧਿਆਪਕ ਮੈਨੂੰ ਨਹੀਂ ਦੇਖ ਰਹੇ ਜਾਂ ਮੇਰੇ ਮਾਤਾ ਪਿਤਾ ਮੈਨੂੰ ਨਹੀਂ ਦੇਖ ਰਹੇ ਤਾਂ ਮੈਂ ਕੁਝ ਗਲਤ ਕਰ ਦੇਵਾਂ। ਬੇਟਾ ਅਜਿਹੀ ਸੋਚ ਬਿਲਕੁਲ ਨਹੀਂ ਰੱਖਣੀ। ਆਪਣੇ ਆਪ ਨੂੰ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਮੈਂ ਕੁਝ ਗਲਤ ਨਹੀਂ ਕਰਨਾ। ਜੇ ਕੋਈ ਮੈਨੂੰ ਨਹੀਂ ਵੀ ਦੇਖ ਰਿਹਾ ਤਾਂ ਵੀ ਮੇਰੇ ਕੁਝ ਰੂਲਸ ਐਂਡ ਰੈਗੂਲੇਸ਼ਨਸ ਹਨ, ਮੇਰੇ ਕੁਝ ਨਿਯਮ ਹਨ, ਮੈਂ ਕੁਝ ਚੀਜ਼ਾਂ ਜਿਹੜੀਆਂ ਹਨ ਆਪਣੇ ਆਪ ਹੀ ਸੈੱਟ ਕੀਤੀਆਂ ਹਨ। ਇਸ ਲਈ ਜਿਹੜਾ ਸੈਲਫ ਡਿਸਿਪਲਿਨ ਹੈ, ਸਵੈ ਅਨੁਸ਼ਾਸਨ ਹੈ, ਉਸ ਨੂੰ ਹੀ ਅਪਣਾਉਣਾ ਹੈ। ਬੇਟਾ ਜਿਵੇਂ ਸਮਾਂ ਹੈ ਇਹ ਉੱਡਦਾ ਹੀ ਜਾ ਰਿਹਾ ਹੈ, ਪਰ ਇਸ ਦੀ ਸੰਭਾਲ ਕਰਨੀ ਸਾਡੇ ਹੱਥ ਵਿੱਚ ਹੈ। ਅਸੀਂ ਇਹ ਨਹੀਂ ਦੇਖਣਾ ਕਿ ਸਾਨੂੰ ਹੁਣ ਕੋਈ ਕੁਝ ਨਹੀਂ ਕਹਿ ਰਿਹਾ ਅਤੇ ਅਸੀਂ ਆਪਣਾ ਸਮਾਂ ਅਜਾਈਂ ਹੀ ਗਵਾਉਣਾ ਹੈ। ਜਿਵੇਂ ਕੁਝ ਬੱਚੇ ਕਈ ਵਾਰ ਖੇਡਣ ਜਾਂਦੇ ਹਨ ਤਾਂ ਖੇਡੀ ਹੀ ਜਾਂਦੇ ਹਨ। ਜੇਕਰ ਉਹ ਜਿਵੇਂ ਮੋਬਾਈਲ ਜਾਂ ਟੀਵੀ ਦੀ ਵਰਤੋਂ ਕਰਦੇ ਹਨ ਤਾਂ ਉਹ ਉਹੀ ਕਰੀ ਜਾਂਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਿੰਨਾ ਸਮਾਂ ਅਜਾਈਂ ਗਵਾ ਦਿੱਤਾ ਹੈ। ਲੇਕਿਨ ਸਾਨੂੰ ਜੇ ਅਸੀਂ ਆਪਣੇ ਉੱਪਰ ਕੰਟਰੋਲ ਕਰੀਏ, ਸਵੈ ਨਿਯੰਤਰਣ ਲਾਗੂ ਕਰੀਏ, ਆਪਣਾ ਸਵੈ ਅਨੁਸ਼ਾਸਨ ਜਿਹੜਾ ਹੈ ਉਹਦੇ ਅਨੁਸਾਰ ਕੁਝ ਨਿਯਮ ਜਾਂ ਰੂਲਸ ਐਂਡ ਰੈਗੂਲੇਸ਼ਨ ਸੈੱਟ ਕਰੀਏ ਤਾਂ ਅਸੀਂ ਕੀ ਕਰਨਾ ਹੈ,
ਅਸੀਂ ਟਾਈਮ ਲਿਮਿਟ ਸੈੱਟ ਕਰਨੀ ਹੈ ਕਿ ਮੈਂ ਇੰਨੀ ਦੇਰ ਟੀਵੀ ਦੇਖਣਾ ਹੈ, ਮੈਂ ਇੰਨੀ ਦੇਰ ਖੇਡਣਾ ਹੈ ਔਰ ਮੈਂ ਇਸ ਟਾਈਮ 'ਤੇ ਪੜ੍ਹਾਈ ਕਰਨੀ ਹੈ। ਇਸ ਲਈ ਸਾਡੀ ਇਹ ਜਿਹੜੀ ਅਨੁਸ਼ਾਸਨ ਵਾਲੀ ਗੱਲ ਹੈ ਇਹ ਸਾਡੇ 'ਤੇ ਹੀ ਡਿਪੈਂਡ ਕਰਦੀ ਹੈ। ਸਾਡੇ ਆਪਣੇ ਹੱਥ ਵਿੱਚ ਹੈ ਕਿ ਅਸੀਂ ਸਮੇਂ ਦੀ ਸੰਭਾਲ ਕਰਨੀ ਹੈ ਜਾਂ ਇਸ ਨੂੰ ਅਜਾਈਂ ਗਵਾਉਣਾ ਹੈ। ਬੇਟਾ ਆਪਣੇ ਜੀਵਨ ਵਿੱਚ ਇੱਕ ਸਾਰਤਾ ਲਿਆਉਣ ਦਾ ਯਤਨ ਕਰਨਾ ਹੈ। ਇੱਕ ਸਮੇਂ ਇੱਕ ਹੀ ਕੰਮ ਉੱਪਰ ਧਿਆਨ ਕੇਂਦਰਿਤ ਕਰਨਾ ਹੈ। ਜੇ ਅਸੀਂ ਬਹੁਤ ਸਾਰੇ ਕੰਮ ਇੱਕੋ ਸਮੇਂ 'ਤੇ ਸ਼ੁਰੂ ਕਰ ਲਵਾਂਗੇ ਤਾਂ ਕੋਈ ਵੀ ਕੰਮ ਪੂਰਾ ਨਹੀਂ ਹੋਵੇਗਾ। ਸਾਨੂੰ ਰੋਜ਼ਾਨਾ ਸੁਧਾਰ ਕਰਨ ਲਈ ਅਨੇਕਾਂ ਮੌਕੇ ਮਿਲਦੇ ਹਨ। ਬੇਟਾ ਜਿਵੇਂ ਜਦੋਂ ਸਵੇਰ ਚੜ੍ਹਦੀ ਹੈ ਅਸੀਂ ਉੱਠਦੇ ਹਾਂ ਤਾਂ ਸਾਨੂੰ ਹੋਰ 24 ਘੰਟੇ ਮਿਲ ਜਾਂਦੇ ਹਨ ਅਤੇ ਹਰੇਕ 1 ਘੰਟੇ ਵਿੱਚ ਕਿੰਨਾ ਟਾਈਮ ਹੁੰਦਾ ਹੈ 60 ਮਿੰਟ ਅਤੇ ਹਰੇਕ ਮਿੰਟ ਵਿੱਚ ਕਿੰਨੇ ਹੁੰਦੇ ਹਨ ਸੈਕਿੰਡ 60 ਸੈਕਿੰਡ। ਬੇਟਾ ਇਸ ਤਰ੍ਹਾਂ ਸਾਨੂੰ ਰੋਜ਼ਾਨਾ ਕਿੰਨਾ ਸਮਾਂ ਮਿਲ ਸਕਦਾ ਹੈ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ, ਆਪਣੀ ਜ਼ਿੰਦਗੀ ਵਿੱਚ ਵਧੀਆ ਸੁਧਾਰ ਕਰਕੇ ਇਸ ਨੂੰ ਚੰਗੀ ਤਰ੍ਹਾਂ ਸੰਵਾਰ ਸਕਦੇ ਹਾਂ। ਸਾਨੂੰ ਇਸ ਤਰ੍ਹਾਂ ਸੁਧਾਰ ਕਰਨ ਦੇ ਰੋਜ਼ ਹੀ ਅਨੇਕਾਂ ਮੌਕੇ ਮਿਲਦੇ ਹਨ ਅਤੇ ਅਸੀਂ ਉਹਨਾਂ ਮੌਕਿਆਂ ਨੂੰ ਅਜਾਈਂ ਨਹੀਂ ਗਵਾਉਣਾ, ਆਪਣੀ ਜ਼ਿੰਦਗੀ ਨੂੰ ਸੰਵਾਰਨ ਦਾ ਯਤਨ ਕਰਨਾ ਹੈ। ਕਿਵੇਂ ਕਰਨਾ ਹੈ? ਸਵੈ ਨਿਯੰਤਰਣ ਰਾਹੀਂ। ਬੇਟਾ ਅਸੀਂ ਸਹੀ ਮੌਕੇ ਅਤੇ ਸਹੀ ਸਥਾਨ ਦਾ ਇੰਤਜ਼ਾਰ ਕਰਨਾ ਵੀ ਹੈ ਅਤੇ ਇਸ ਦੀ ਅਹਿਮੀਅਤ ਵੀ ਸਮਝਣੀ ਹੈ। ਬੇਟਾ ਜਿਸ ਕੋਲ ਸਬਰ ਹੈ ਉਹ ਸਭ ਕੁਝ ਪ੍ਰਾਪਤ ਕਰ ਸਕਦਾ ਹੈ। ਹੀ ਦੈਟ ਕੈਨ ਹੈਵ ਪੇਸ਼ੈਂਸ ਕੈਨ ਹੈਵ ਵਾਟ ਹੀ ਵਿਲ। ਬੈਂਜਾਮਿਨ ਫਰੈਂਕਲਿਨ ਜੀ ਨੇ ਕਿਹਾ ਹੈ ਬੇਟਾ ਜਿਸ ਕੋਲ ਸਬਰ ਹੈ ਉਹ ਸਭ ਕੁਝ ਹੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਅਸੀਂ ਬੇਸਬਰੀ ਨਹੀਂ ਕਰਨੀ, ਅਸੀਂ ਕੀ ਰੱਖਣਾ ਹੈ? ਸਬਰ ਜਾਂ ਧੀਰਜ। ਆਪਣੀਆਂ ਆਦਤਾਂ ਨੂੰ ਸੁਧਾਰਨ ਲਈ ਨਿਰੰਤਰ ਯਤਨ ਵੀ ਕਰਦੇ ਰਹਿਣਾ ਹੈ। ਇਹ ਨਹੀਂ ਹੈ ਕਿ ਇੱਕ ਹੀ ਦਿਨ ਵਿੱਚ ਸਾਡੀਆਂ ਆਦਤਾਂ ਸੁਧਰ ਜਾਣਗੀਆਂ। ਅਸੀਂ ਹੌਲੀ ਹੌਲੀ ਯਤਨ ਕਰਦੇ ਰਹਿਣਾ ਹੈ ਅਤੇ ਰੋਜ਼ ਕੋਈ ਨਾ ਕੋਈ ਆਪਣੇ ਵਿੱਚ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਤਰ੍ਹਾਂ ਹੌਲੀ ਹੌਲੀ ਸਾਡੀਆਂ ਆਦਤਾਂ ਆਪਣੇ ਆਪ ਹੀ ਸੁਧਰ ਜਾਂਦੀਆਂ ਹਨ। ਬੇਟਾ ਆਪਣੇ ਵਿਚਾਰ ਅਤੇ ਆਪਣੀ ਜਿਹੜੀ ਕਲਪਨਾ ਸ਼ਕਤੀ ਹੈ, ਸਾਡੀ ਇਮੈਜੀਨੇਸ਼ਨ ਪਾਵਰ ਹੈ, ਉਸ ਉੱਪਰ ਵੀ ਸਾਡਾ ਨਿਯੰਤਰਣ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਦਿਮਾਗ ਵਿੱਚ ਜਿਹੋ ਜਿਹੇ ਵਿਚਾਰ ਭਰੋਗੇ ਉਹੋ ਜਿਹੇ ਹੀ ਬਣ ਜਾਓਗੇ। ਇਸ ਲਈ ਜੇ ਅਸੀਂ ਚੰਗੇ ਸਕਾਰਾਤਮਕ ਵਿਚਾਰ ਆਪਣੇ ਦਿਮਾਗ ਵਿੱਚ ਭਰਾਂਗੇ ਤਾਂ ਸਾਡੀ ਸੋਚ ਵੀ ਉਹੋ ਜਿਹੀ ਹੋ ਜਾਏਗੀ ਅਤੇ ਸਾਡੀ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਦੇ ਬਦਲਾਵ ਹੀ ਆਉਣਗੇ। ਬੇਟਾ ਸਾਡੇ ਬੋਲ ਚਾਲ ਦਾ ਸਲੀਕਾ, ਆਪਣੀ ਭਾਸ਼ਾ, ਆਪਣੇ ਸ਼ਬਦਾਂ ਉੱਪਰ ਵੀ ਨਿਯੰਤਰਣ ਰੱਖਣਾ ਸਾਡੇ ਹੀ ਵੱਸ ਵਿੱਚ ਹੈ। ਸਾਡੇ ਸ਼ਬਦ ਸਾਡੇ ਜੀਵਨ ਨੂੰ, ਸਾਡੀ ਤਰੱਕੀ ਨੂੰ, ਸਾਡੇ ਨਤੀਜਿਆਂ ਨੂੰ, ਸਾਡੀ ਮਾਨਸਿਕਤਾ ਨੂੰ, ਸਾਡੀ ਸਿਹਤ ਨੂੰ ਅਤੇ ਸਾਡੇ ਆਲੇ ਦੁਆਲੇ ਨੂੰ ਨਿਯੰਤਰਣ ਕਰਦੇ ਹਨ। ਜੇਕਰ ਅਸੀਂ ਤਰੱਕੀ ਪ੍ਰਾਪਤ ਕਰਨੀ ਹੈ, ਆਪਣੇ ਜੀਵਨ ਨੂੰ ਸੁਖਦਾਈ ਬਣਾਉਣਾ ਹੈ, ਵਧੀਆ ਨਤੀਜੇ ਪ੍ਰਾਪਤ ਕਰਨੇ ਹਨ ਤਾਂ ਕੀ ਕਰਨਾ ਹੈ? ਆਪਣੇ ਬੋਲ ਚਾਲ ਦਾ ਸਲੀਕਾ, ਆਪਣੀ ਭਾਸ਼ਾ, ਆਪਣੇ ਸ਼ਬਦਾਂ ਉੱਪਰ ਵੀ ਨਿਯੰਤਰਣ ਰੱਖਣਾ ਹੈ। ਅਸੀਂ ਕਿਸ ਤਰ੍ਹਾਂ ਬੋਲ ਰਹੇ ਹਾਂ, ਕਿਸ ਤਰੀਕੇ ਨਾਲ ਗੱਲ ਕਰ ਰਹੇ ਹਾਂ, ਸਾਡਾ ਵਤੀਰਾ ਕਿਹੋ ਜਿਹਾ ਹੈ, ਇਹ ਸਾਡੀ ਮਾਨਸਿਕਤਾ ਨੂੰ, ਸਾਡੀ ਸਿਹਤ ਨੂੰ ਅਤੇ ਸਾਡੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦੇ ਹਨ। ਬੇਟਾ ਤੁਸੀਂ ਜਿਸ ਕੰਮ ਨੂੰ ਆਪਣੇ ਮਨ ਨਾਲ ਪੂਰਾ ਕਰਨ ਦਾ ਫੈਸਲਾ ਲੈ ਲੈਂਦੇ ਹੋ ਉਹ ਕੰਮ ਜ਼ਰੂਰ ਹੀ ਸਫਲਤਾਪੂਰਵਕ ਪੂਰਾ ਹੋ ਜਾਂਦਾ ਹੈ। ਇਸ ਲਈ ਕਿਸੇ ਵੀ ਕੰਮ ਨੂੰ ਕਰਨਾ ਕਿਸ ਤਰ੍ਹਾਂ ਹੈ? ਪੂਰੇ ਮਨ ਦੇ ਨਾਲ, ਦ੍ਰਿੜ ਨਿਸ਼ਚੇ ਨਾਲ ਕੰਮ ਨੂੰ ਪੂਰਾ ਕਰਨਾ ਹੈ। ਤੁਹਾਡੀ ਸਫਲਤਾ ਤੁਹਾਡੇ ਫੈਸਲੇ ਅਤੇ ਤੁਹਾਡੀ ਚੋਣ ਉੱਤੇ ਨਿਰਭਰ ਕਰਦੀ ਹੈ। ਸਾਡੇ ਲਈ ਕੀ ਗਲਤ ਹੈ, ਕੀ ਠੀਕ ਹੈ, ਇਹ ਅਸੀਂ ਆਪ ਹੀ ਸੋਚਣਾ ਹੈ। ਬੇਟਾ ਆਪਣੇ ਫੈਸਲੇ, ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਤਰੀਕਾ, ਆਪਣੀ ਸੂਝ-ਬੂਝ ਅਤੇ ਆਪਣੀਆਂ ਚੋਣਾਂ ਉੱਪਰ ਵੀ ਨਿਯੰਤਰਣ ਰੱਖਣਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਚੀਜ਼ ਸਾਡੇ ਲਈ ਠੀਕ ਹੈ, ਕੀ ਗਲਤ ਹੈ। ਅਸੀਂ ਕਿਹੜਾ ਫੈਸਲਾ ਲਵਾਂਗੇ ਤਾਂ ਉਸਦੇ ਕੀ ਰਿਜ਼ਲਟ ਹੋ ਸਕਦੇ ਹਨ, ਉਸਦੇ ਨਤੀਜੇ ਕਿਹੋ ਜਿਹੇ ਨਿਕਲਣਗੇ। ਨਤੀਜਿਆਂ ਬਾਰੇ ਸੋਚ ਕੇ ਹੀ ਕੋਈ ਫੈਸਲਾ ਲੈਣਾ ਹੈ ਜਾਂ ਕੋਈ ਚੋਣ ਕਰਨੀ ਹੈ ਜਾਂ ਕੋਈ ਨਵਾਂ ਜਿਹੜਾ ਤਰੀਕਾ ਹੈ ਉਹ ਅਪਣਾਉਣਾ ਹੈ। ਇਸ ਤਰ੍ਹਾਂ ਅਸੀਂ ਆਪਣੀ ਸੂਝ-ਬੂਝ ਨਾਲ ਹੀ ਸਮੱਸਿਆਵਾਂ ਨੂੰ ਸੁਲਝਾਉਣਾ ਹੈ, ਫੈਸਲੇ ਲੈਣੇ ਹਨ। ਕਿਸ ਤਰ੍ਹਾਂ? ਠੀਕ ਅਤੇ ਗਲਤ ਦੀ ਚੋਣ ਕਰਕੇ। ਬੇਟਾ ਅਸੀਂ ਜਿਹੋ ਜਿਹੇ ਮਿੱਤਰ ਬਣਾਵਾਂਗੇ ਉਹੋ ਜਿਹੇ ਹੀ ਬਣ ਜਾਵਾਂਗੇ। ਕਿਹਾ ਜਾਂਦਾ ਹੈ ਜੈਸੀ ਸੰਗਤ ਵੈਸੀ ਰੰਗਤ। ਜਿਸ ਤਰ੍ਹਾਂ ਦੇ ਸਾਡੇ ਦੋਸਤ ਮਿੱਤਰ ਹੋਣਗੇ ਸਾਡੀ ਵੀ ਉਸ ਤਰ੍ਹਾਂ ਦੀ ਹੀ ਜ਼ਿੰਦਗੀ ਬਣ ਜਾਵੇਗੀ। ਬੇਟਾ ਸੁਪਨੇ ਦੇਖਣ ਜਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਨ ਅਤੇ ਮਿਹਨਤ ਨਾਲ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿੱਚ ਇੰਨਾ ਹੀ ਫਰਕ ਹੈ ਜਿੰਨਾ ਸਫਲਤਾ ਅਤੇ ਅਸਫਲਤਾ ਵਿੱਚ ਹੁੰਦਾ ਹੈ। ਜੇਕਰ ਅਸੀਂ ਸਿਰਫ ਸੁਪਨੇ ਹੀ ਦੇਖਦੇ ਰਹਾਂਗੇ
ਤਾਂ ਸਫਲਤਾ ਨਹੀਂ ਮਿਲਦੀ। ਸੁਪਨੇ ਦੇਖਣ ਦੇ ਨਾਲ ਕੀ ਕਰਨਾ ਹੈ? ਸੁਪਨਿਆਂ ਨੂੰ ਪੂਰਾ ਕਰਨ ਲਈ ਅਣਥੱਕ ਯਤਨ ਕਰਨੇ ਹਨ। ਲਗਨ ਤੇ ਮਿਹਨਤ ਦੇ ਨਾਲ ਨਿਰੰਤਰ ਯਤਨਸ਼ੀਲ ਰਹਿਣਾ ਹੈ, ਤਾਂ ਹੀ ਸਾਨੂੰ ਸਫਲਤਾ ਮਿਲੇਗੀ। ਇਸ ਦੇ ਨਾਲ ਬੇਟਾ ਅਸੀਂ ਹੁਣ ਇੱਕ ਐਕਟੀਵਿਟੀ ਕਰਕੇ ਦੇਖਾਂਗੇ। ਅਸੀਂ ਐਕਟੀਵਿਟੀ ਵਿੱਚ ਕੀ ਲਵਾਂਗੇ? ਇੱਕ ਕਾਗਜ਼ ਦੀ ਸ਼ੀਟ, ਇੱਕ ਕਾਗਜ਼ ਦੀ ਪਤਲੀ ਸ਼ੀਟ ਹੈ। ਜੇ ਮੈਂ ਇਸ ਕਿਤਾਬ ਨੂੰ ਇਹਦੇ ਉੱਪਰ ਖੜਾ ਕਰਨ ਦੀ ਕੋਸ਼ਿਸ਼ ਕਰਾਂਗੀ ਤਾਂ ਕੀ ਇਹ ਸ਼ੀਟ ਇਸ ਕਿਤਾਬ ਨੂੰ ਸੰਭਾਲ ਲਵੇਗੀ? ਨਹੀਂ ਸੰਭਾਲ ਸਕਦੀ। ਲੇਕਿਨ ਜੇਕਰ ਮੈਂ ਇਸ ਸ਼ੀਟ ਵਿੱਚ ਕੋਈ ਬਦਲਾਅ ਲਿਆਵਾਂ ਜਾਂ ਇਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂ ਤਾਂ ਕੀ ਹੋਵੇਗਾ? ਦੇਖਦੇ ਹਾਂ ਕੀ ਹੋਵੇਗਾ। ਹੁਣ ਮੈਂ ਇਸ ਸ਼ੀਟ ਨੂੰ ਰੋਲ ਕਰ ਲਿਆ ਹੈ, ਮੈਂ ਇਸ ਨੂੰ ਟਿਊਬੂਲਰ ਸਟਰਕਚਰ ਵਾਂਗ ਬਣਾ ਦਿੱਤਾ ਹੈ, ਥੋੜ੍ਹੀ ਜਿਹੀ ਮਜ਼ਬੂਤ ਹੋ ਗਈ ਹੈ। ਹੁਣ ਦੇਖਦੇ ਹਾਂ ਕਿ ਇਹ ਕਿਤਾਬ ਇਹਦੇ ਉੱਪਰ ਟਿਕਦੀ ਹੈ। ਯੈਸ, ਦੇਖੋ ਬੇਟਾ, ਇਹ ਕਿਤਾਬ ਇਸ ਉੱਪਰ ਸ਼ੀਟ ਉੱਪਰ ਟਿਕ ਗਈ ਹੈ। ਇਸ ਕਾਗਜ਼ ਦੀ ਸ਼ੀਟ ਨੇ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਹੈ ਅਤੇ ਆਪਣੇ ਤੋਂ ਭਾਰੀ, ਆਪਣੇ ਤੋਂ ਵੱਡੀ ਕਿਤਾਬ ਨੂੰ ਆਪਣੇ ਉੱਪਰ ਰੋਕ ਰਹੀ ਹੈ, ਆਪਣੇ ਆਪ ਉੱਪਰ ਸੰਭਾਲ ਰਹੀ ਹੈ। ਇਸੇ ਤਰ੍ਹਾਂ ਇਸ ਕਾਗਜ਼ ਦੀ ਸ਼ੀਟ ਤੋਂ ਅਸੀਂ ਕੀ ਸਿੱਖਿਆ ਲੈਣੀ ਹੈ ਕਿ ਅਸੀਂ ਵੀ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ, ਆਪਣਾ ਜਿਹੜਾ ਇਰਾਦਾ ਹੈ ਉਸ ਨੂੰ ਦ੍ਰਿੜ ਕਰਨਾ ਹੈ, ਆਪਣੇ ਨਿਸ਼ਚੇ ਨੂੰ ਦ੍ਰਿੜ ਕਰਨਾ ਹੈ, ਆਪਣੇ ਆਪ ਵਿੱਚ ਸੈਲਫ ਕੌਨਫੀਡੈਂਸ ਭਰਨਾ ਹੈ। ਜੇਕਰ ਅਸੀਂ ਆਪਣੇ ਆਪ 'ਤੇ ਭਰੋਸਾ ਰੱਖਾਂਗੇ, ਆਪਣੇ ਜਿਹੜਾ ਇਰਾਦਾ ਹੈ ਉਸ ਨੂੰ ਮਜ਼ਬੂਤ ਰੱਖਾਂਗੇ ਤਾਂ ਅਸੀਂ ਵੀ ਮਜ਼ਬੂਤ ਹੋ ਜਾਵਾਂਗੇ, ਸਟਰੋਂਗ ਹੋ ਜਾਵਾਂਗੇ ਅਤੇ ਅਸੀਂ ਵੀ ਇਸ ਕਾਗਜ਼ ਦੀ ਸ਼ੀਟ ਵਾਂਗੂ ਜਿਹੜੇ ਵੱਡੇ ਤੋਂ ਵੱਡੇ, ਔਖੇ ਤੋਂ ਔਖੇ ਕੰਮ ਹਨ ਉਹਨਾਂ ਨੂੰ ਪੂਰਾ ਕਰਨ ਦੀ ਹਿੰਮਤ ਲੈ ਆਵਾਂਗੇ। ਇਸ ਤਰ੍ਹਾਂ ਹਮੇਸ਼ਾ ਬੇਟਾ ਜਦੋਂ ਵੀ ਤੁਹਾਡਾ ਮਨ ਡੋਲਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈ, ਤਾਂ ਤੁਸੀਂ ਇਸ ਕਾਗਜ਼ ਦੀ ਸ਼ੀਟ ਤੋਂ ਹੌਸਲਾ ਲੈਣਾ ਹੈ। ਤੁਸੀਂ ਵੀ ਆਪਣੇ ਆਪ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਨੀ ਹੈ। ਅਤੇ ਬਦਲਾਅ ਕਿਵੇਂ ਆਵੇਗਾ? ਜੇ ਤੁਸੀਂ ਆਪਣੇ ਆਪ ਵਿੱਚ ਭਰੋਸਾ ਰੱਖੋਗੇ, ਪ੍ਰੈਕਟਿਸ ਕਰੋਗੇ, ਬਾਰ-ਬਾਰ ਤੁਸੀਂ ਕਿਸੇ ਚੀਜ਼ ਦੀ ਪ੍ਰੈਕਟਿਸ ਕਰੋਗੇ ਤਾਂ ਜ਼ਰੂਰ ਹੀ ਕੌਨਫੀਡੈਂਸ ਆ ਜਾਂਦਾ ਹੈ, ਜ਼ਰੂਰ ਹੀ ਭਰੋਸਾ ਵੱਧ ਜਾਂਦਾ ਹੈ। ਬੇਟਾ ਆਪਣੀ ਜਾਂਚ ਆਪ ਕਰੋ, ਆਪਣਾ ਸੈਲਫ ਚੈੱਕਅਪ ਕਰੋ। ਤੁਸੀਂ ਆਪਣੀ ਕਾਪੀ ਦੇ ਉੱਤੇ ਜਿਸ ਤਰ੍ਹਾਂ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਿਹਾ ਹੈ ਇਸ ਤਰ੍ਹਾਂ ਦਾ ਇੱਕ ਟੇਬਲ ਬਣਾਓਗੇ। ਉਸ ਵਿੱਚ ਤੁਸੀਂ ਆਪਣੇ 2 ਚੰਗੇ ਗੁਣ ਲਿਖਣੇ ਹਨ। ਤੁਸੀਂ ਕੀ ਲਿਖਣਾ ਹੈ? ਮੇਰੇ 2 ਚੰਗੇ ਗੁਣ। ਹਰੇਕ ਇਨਸਾਨ ਵਿੱਚ ਕੁਝ ਚੰਗੇ ਗੁਣ ਜ਼ਰੂਰ ਹੁੰਦੇ ਹਨ। ਤੁਸੀਂ ਆਪਣੇ ਗੁਣ ਪਹਿਚਾਨਣੇ ਹਨ ਅਤੇ ਲਿਖਣੇ ਹਨ। ਫਿਰ ਤੁਸੀਂ ਲਿਖਣਾ ਹੈ ਮੈਨੂੰ ਖੁਦ ਉੱਪਰ ਮਾਣ ਹੈ, ਕਿਉਂਕਿ ਕਿਸ ਚੀਜ਼ ਦਾ ਤੁਹਾਨੂੰ ਆਪਣੇ ਆਪ ਉੱਪਰ ਪ੍ਰਾਊਡ ਫੀਲ ਹੁੰਦਾ ਹੈ। ਇਸ ਤੋਂ ਅੱਗੇ ਤੁਸੀਂ ਲਿਖਣਾ ਕੀ ਹੈ? ਮੇਰੇ 2 ਔਗਣ, ਆਪਣੀਆਂ 2 ਬੈਡ ਹੈਬਿਟਸ ਜਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਮੈਂ ਆਪਣੀਆਂ ਇਹ ਆਦਤਾਂ ਸੁਧਾਰਨੀਆਂ ਹਨ, ਇਹਨਾਂ ਵਿੱਚ ਸੁਧਾਰ ਕਰਨਾ ਹੈ, ਉਹ ਲਿਖਣੀਆਂ ਹਨ। ਅਤੇ ਇਸ ਤੋਂ ਅੱਗੇ ਤੁਸੀਂ ਲਿਖੋਗੇ ਮੇਰਾ ਭਵਿੱਖ ਦਾ ਟੀਚਾ, ਕਿ ਮੇਰੇ ਗੋਲ ਕੀ ਹਨ, ਮੇਰੇ ਉਦੇਸ਼ ਕੀ ਹਨ, ਮੈਂ ਭਵਿੱਖ ਵਿੱਚ ਕੀ ਬਣਨਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਜ਼ਰੂਰ ਆਪਣੀ ਕਾਪੀ ਦੇ ਵਿੱਚ ਬਣਾਓਗੇ ਅਤੇ ਆਪਣਾ ਸੈਲਫ ਚੈੱਕਅਪ ਜਾਂ ਆਪਣੀ ਜਾਂਚ ਕਰੋਗੇ। ਬੇਟਾ ਹੁਣ ਅਸੀਂ ਇੱਕ ਵੀਡੀਓ ਦੇਖਾਂਗੇ। ਇਸ ਵੀਡੀਓ ਵਿੱਚ ਇੱਕ ਐਕਟੀਵਿਟੀ ਹੈ, ਇੱਕ ਕਲਾਸ ਦੇ ਵਿੱਚ ਅਧਿਆਪਕ ਤੇ ਬੱਚੇ ਜਿਹੜੇ ਹਨ ਇੱਕ ਗਤੀਵਿਧੀ ਕਰ ਰਹੇ ਹਨ। ਅਸੀਂ ਇਹ ਵੀਡੀਓ ਜਿਹੜੀ ਹੈ ਉਹ ਦੇਖਾਂਗੇ। ਅੱਜ ਵੈਲਕਮ ਲਾਈਫ ਦੀ ਕਲਾਸ ਵਿੱਚ ਮੈਮ ਪਤਾ ਨਹੀਂ ਕਿਹੜੀ ਐਕਟੀਵਿਟੀ ਕਰਵਾਉਣਗੇ। ਡੀਅਰ ਸਟੂਡੈਂਟਸ, ਅੱਜ ਅਸੀਂ ਆਪਣੀ ਕਲਾਸ ਵਿਚਲੇ ਸਾਰੇ ਵਿਦਿਆਰਥੀਆਂ ਨੂੰ 2 ਟੀਮਾਂ ਵਿੱਚ ਵੰਡ ਲੈਣਾ ਹੈ, ਟੀਮ 1 ਅਤੇ ਟੀਮ 2। ਪਹਿਲੀ ਟੀਮ ਵਿੱਚੋਂ ਇੱਕ ਵਿਦਿਆਰਥੀ ਪ੍ਰਸ਼ਨ ਪੁੱਛੇਗਾ ਤਾਂ ਦੂਜੀ ਟੀਮ ਵਿੱਚੋਂ ਵਿਦਿਆਰਥੀ ਅੱਗੋਂ ਹੋਰ ਪ੍ਰਸ਼ਨ ਪੁੱਛੇਗਾ। ਯਾਦ ਰੱਖਣਾ ਹੈ ਕਿ ਪ੍ਰਸ਼ਨ ਦੇ ਅੱਗੋਂ ਪ੍ਰਸ਼ਨ ਹੀ ਪੁੱਛਣਾ ਹੈ, ਉੱਤਰ ਨਹੀਂ ਦੇਣਾ। ਸਮਝ ਗਏ ਬੇਟਾ? ਮੈਂ ਕੀ ਕਿਹਾ ਹੈ ਕਿ ਜਦੋਂ ਟੀਮ 1 ਵਿੱਚੋਂ ਇੱਕ ਵਿਦਿਆਰਥੀ ਕੁਐਸਚਨ ਪੁੱਛੇਗਾ ਤਾਂ ਟੀਮ 2 ਵਿਚਲਾ ਵਿਦਿਆਰਥੀ ਅੱਗੋਂ ਹੋਰ ਕੁਐਸਚਨ ਪੁੱਟ ਕਰੇਗਾ, ਉਸਨੇ ਆਨਸਰ ਨਹੀਂ ਦੇਣਾ। ਇਹ ਗਤੀਵਿਧੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਦੂਸਰੀ ਟੀਮ ਦਾ ਕੋਈ ਵਿਦਿਆਰਥੀ ਪ੍ਰਸ਼ਨ ਪੁੱਛਣ ਦੀ ਥਾਂ ਉੱਤਰ ਹੀ ਦੇ ਦੇਵੇਗਾ। ਇਸ ਤਰ੍ਹਾਂ ਤੁਸੀਂ ਸਵੈ ਨਿਯੰਤਰਣ ਦਾ ਪ੍ਰਦਰਸ਼ਨ ਕਰਨਾ ਹੈ ਜਾਂ ਸੈਲਫ ਕੰਟਰੋਲ ਸਿੱਖਣਾ ਹੈ। ਬੇਟਾ ਦੋਨੋਂ ਟੀਮਾਂ ਤਿਆਰ ਹਨ। ਹੁਣ ਤੁਸੀਂ ਪ੍ਰਸ਼ਨ ਪੁੱਛਣੇ ਸ਼ੁਰੂ ਕਰੋ। ਪਹਿਲੀ ਟੀਮ ਵਿੱਚੋਂ ਇੱਕ ਵਿਦਿਆਰਥੀ ਪ੍ਰਸ਼ਨ ਪੁੱਛੇਗਾ। ਤੁਹਾਡਾ ਨਾਮ ਕੀ ਹੈ? ਆਪਣੇ ਜ਼ਿਲ੍ਹੇ ਦਾ ਨਾਮ ਦੱਸੋ। ਤੁਸੀਂ ਕਿਸ ਪ੍ਰਾਂਤ ਵਿੱਚ ਰਹਿੰਦੇ ਹੋ? ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੌਣ ਹਨ? ਆਪਣੇ ਦੇਸ਼ ਦੇ ਰਾਸ਼ਟਰਪਤੀ ਦਾ ਨਾਮ ਦੱਸੋ। ਤੁਹਾਡੀ ਮਨਪਸੰਦ ਖੇਡ ਕਿਹੜੀ ਹੈ? ਤੁਹਾਡਾ ਮਨਪਸੰਦ ਤਿਉਹਾਰ ਕਿਹੜਾ ਹੈ? ਤੁਹਾਨੂੰ ਕਿਹੜਾ ਵਿਸ਼ਾ ਸਭ ਤੋਂ ਚੰਗਾ ਲੱਗਦਾ ਹੈ? ਤੁਹਾਡੇ ਮਨਭਾਉਂਦੇ ਅਧਿਆਪਕ ਕੌਣ ਹਨ?
ਮੇਰੇ ਮਨਪਾਉਂਦੇ ਅਧਿਆਪਕ ਸਾਡੇ ਸਾਇੰਸ ਵਾਲੇ ਮੈਡਮ ਹਨ। ਸ਼ਾਬਾਸ਼, ਵੈਰੀ ਗੁੱਡ। ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਸ਼ਾਬਾਸ਼। ਬੇਟਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਤੀਵਿਧੀ ਨੂੰ ਪੇਸ਼ ਕੀਤਾ ਹੈ, ਲੇਕਿਨ ਅੰਤ ਵਿੱਚ ਤੁਸੀਂ ਪ੍ਰਸ਼ਨ ਦੀ ਜਗ੍ਹਾ ਉੱਤਰ ਹੀ ਦੇ ਦਿੱਤਾ ਹੈ। ਜਦੋਂ ਤੁਹਾਨੂੰ ਪੁੱਛਿਆ ਗਿਆ ਕਿ ਤੁਹਾਡੇ ਮਨਪਾਉਂਦੇ ਅਧਿਆਪਕ ਕੌਣ ਹਨ ਤਾਂ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਸਕੇ ਤੇ ਤੁਸੀਂ ਆਪਣੇ ਮਨਪਾਉਂਦੇ ਅਧਿਆਪਕ ਬਾਰੇ ਦੱਸ ਦਿੱਤਾ। ਲੇਕਿਨ ਜਿਹੜੀ ਸਾਡੀ ਅੱਜ ਦੀ ਗਤੀਵਿਧੀ ਸੀ ਉਹਦੇ ਵਿੱਚ ਕੀ ਸੀ ਕਿ ਅਸੀਂ ਪ੍ਰਸ਼ਨ ਦੇ ਅੱਗੇ ਪ੍ਰਸ਼ਨ ਹੀ ਪੁੱਛਣਾ ਹੈ ਤੇ ਸਵੈ ਨਿਯੰਤਰਣ ਦਾ ਪ੍ਰਦਰਸ਼ਨ ਕਰਨਾ ਹੈ। ਇਸ ਲਈ ਸਾਡੀ ਗਤੀਵਿਧੀ ਇੱਥੇ ਹੀ ਖਤਮ ਹੁੰਦੀ ਹੈ। ਬੇਟਾ ਤੁਹਾਨੂੰ ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਸ਼ਾਬਾਸ਼। ਥੈਂਕ ਯੂ ਮੈਮ, ਬਹੁਤ-ਬਹੁਤ ਧੰਨਵਾਦ ਜੀ। ਅੱਜ ਵੈਲਕਮ ਲਾਈਫ ਦੀ ਕਲਾਸ। ਬੇਟਾ ਇਸ ਗਤੀਵਿਧੀ ਵਿੱਚ ਤੁਸੀਂ ਕੀ ਦੇਖਿਆ ਕਿ ਇਸ ਵਿੱਚ ਵੀ ਸਵੈ ਨਿਯੰਤਰਣ ਹੀ ਸਿਖਾਇਆ ਗਿਆ ਸੀ। ਕੀ ਸੀ ਕਿ ਜਦੋਂ ਬੱਚੇ ਨੂੰ ਕੁਐਸਚਨ ਦੇ ਅੱਗੇ ਕੁਐਸਚਨ ਹੀ ਪੁੱਛਣਾ ਸੀ ਤਾਂ ਹੀ ਟੀਮ ਨੂੰ ਅੰਕ ਪ੍ਰਾਪਤ ਹੋਣਾ ਸੀ। ਤੇ ਲੇਕਿਨ ਜੇਕਰ ਸਵੈ ਨਿਯੰਤਰਣ ਨਹੀਂ ਰਿਹਾ, ਬੱਚੇ ਨੇ ਆਨਸਰ ਦੇ ਦਿੱਤਾ, ਜਵਾਬ ਦੇ ਦਿੱਤਾ ਤਾਂ ਉੱਥੇ ਗਤੀਵਿਧੀ ਖਤਮ ਹੋ ਗਈ। ਇਸ ਤਰ੍ਹਾਂ ਬੇਟਾ ਸਾਡਾ ਸਵੈ ਨਿਯੰਤਰਣ ਹੋਣਾ ਚਾਹੀਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਦੋਂ ਕੀ ਬੋਲਣਾ ਹੈ ਤੇ ਕਦੋਂ ਆਪਣੇ ਆਪ ਨੂੰ ਬੋਲਣ ਲਈ ਰੋਕਣਾ ਹੈ। ਇਸ ਲਈ ਸਵੈ ਨਿਯੰਤਰਣ ਤੇ ਸਬਰ ਆਪਣੀਆਂ ਕਮੀਆਂ ਤੇ ਖੂਬੀਆਂ ਦੀ ਪਹਿਚਾਣ ਕਰਨ ਵਾਲੀ ਚਾਬੀ ਹੈ। ਬੇਟਾ ਸਬਰ, ਧੀਰਜ, ਸਹਿਣਸ਼ੀਲਤਾ, ਨਿਮਰਤਾ, ਹਲੇਮੀ, ਆਤਮ ਵਿਸ਼ਵਾਸ, ਸਮੇਂ ਦੀ ਕਦਰ, ਅਨੁਸ਼ਾਸਨ, ਸਕਾਰਾਤਮਕਤਾ, ਇਹ ਕੀ ਹਨ? ਇਹ ਸਾਰੇ ਹੀ ਸਾਡੇ ਗੁਣ ਹਨ ਜੋ ਸਵੈ ਨਿਯੰਤਰਣ ਰਾਹੀਂ ਹੀ ਅਸੀਂ ਸਿੱਖ ਸਕਦੇ ਹਾਂ। ਬੇਟਾ ਧੀਰਜ ਜਾਂ ਸਬਰ ਤੋਂ ਭਾਵ ਹੈ ਬਰਦਾਸ਼ਤ ਕਰਨ ਦੀ ਸਮਰੱਥਾ, ਸਵੀਕਾਰ ਕਰਨ ਦੀ ਤਾਕਤ। ਦੁੱਖ, ਪਰੇਸ਼ਾਨੀ, ਦੇਰੀ, ਦੂਜਿਆਂ ਦੇ ਵਤੀਰੇ, ਅਸਫਲਤਾ ਆਦਿ ਪ੍ਰਤੀ ਠਰੰਮੇ ਨਾਲ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਨੀ, ਇੱਕਦਮ ਗੁੱਸੇ ਵਿੱਚ ਆਉਣ ਦੀ ਬਜਾਏ ਸ਼ਾਂਤੀ ਨਾਲ ਆਪਣੀ ਦਲੀਲ ਪੇਸ਼ ਕਰਨੀ, ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਦੁਖੀ ਕੀਤੇ ਬਗੈਰ ਸਹਿਣਸ਼ੀਲਤਾ ਦਿਖਾਉਣੀ ਹੀ ਧੀਰਜ ਜਾਂ ਸਬਰ ਹੈ। ਬੇਟਾ ਬੇਸਬਰੀ ਦੇ ਬਹੁਤ ਸਾਰੇ ਨੁਕਸਾਨ ਹਨ। ਆਪਣੇ ਆਪ ਨਾਲ ਖਿੱਚਦੇ ਰਹਿਣਾ, ਆਪਣੀਆਂ ਨਿੱਕੀਆਂ ਅਸਫਲਤਾਵਾਂ ਤੋਂ ਨਿਰਾਸ਼ ਹੋਣਾ, ਦੂਜਿਆਂ ਦੀਆਂ ਛੋਟੀਆਂ ਭੁੱਲਾਂ ਕਾਰਨ ਉਹਨਾਂ ਨਾਲ ਨਾਰਾਜ਼ ਹੋ ਜਾਣਾ, ਨਿਗੂਣੀਆਂ ਗੱਲਾਂ ਉੱਪਰ ਵੀ ਬੇਕਾਬੂ ਗੁੱਸਾ ਦਿਖਾਉਣਾ, ਮਹੱਤਵਪੂਰਨ ਪ੍ਰਾਪਤੀਆਂ ਨੂੰ ਵੀ ਨਜ਼ਰਅੰਦਾਜ਼ ਕਰਨਾ ਤੇ ਜ਼ਿੰਦਗੀ ਦੀਆਂ ਅਹਿਮ ਖੁਸ਼ੀਆਂ ਨੂੰ ਅੱਖੋਂ ਪਰੋਖੇ ਕਰਨਾ ਬੇਸਬਰੀ ਦੇ ਨੁਕਸਾਨ ਹਨ। ਇਸ ਲਈ ਸਾਨੂੰ ਬੇਸਬਰੀ ਦੌਰਾਨ ਜਿਹੜੇ ਲੱਛਣ ਮਹਿਸੂਸ ਹੁੰਦੇ ਹਨ ਉਹ ਕੀ ਹੁੰਦੇ ਹਨ? ਅਸੀਂ ਚਿੰਤਿਤ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ, ਤਣਾਅਗ੍ਰਸਤ, ਚਿੜਚਿੜਾਪਨ, ਨਿਰਾਸ਼ਤਾ, ਉਦਾਸੀ ਤੇ ਘਬਰਾਹਟ ਰਹਿੰਦੀ ਹੈ। ਸਾਨੂੰ ਲੱਗਦਾ ਹੈ ਕਿ ਹਰ ਕੋਈ ਨਜ਼ਰਅੰਦਾਜ਼ ਹੀ ਕਰ ਰਿਹਾ ਹੈ। ਬੇਟਾ ਅਸੀਂ ਸਵੈ ਨਿਯੰਤਰਣ ਨਾਲ, ਧੀਰਜ ਤੇ ਸਬਰ ਨਾਲ ਜਿਹੜਾ ਹੈ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ। ਆਪਣੇ ਆਪ ਨਾਲ, ਦੂਜਿਆਂ ਨਾਲ ਤੇ ਹਾਲਾਤਾਂ ਨਾਲ ਨਜਿੱਠਣ ਲਈ ਸਾਨੂੰ ਸਭ ਤੋਂ ਪਹਿਲਾਂ ਸਵੈ ਨਿਯੰਤਰਣ ਰਾਹੀਂ ਧੀਰਜ ਤੇ ਸਬਰ ਨੂੰ ਹੀ ਅਪਣਾਉਣਾ ਪਵੇਗਾ। ਇਸ ਤਰ੍ਹਾਂ ਬੇਟਾ ਅਸੀਂ ਧੀਰਜ ਜਾਂ ਸਬਰ ਦੇ ਨਾਲ ਕੀ ਕਰ ਸਕਦੇ ਹਾਂ? ਸਿਆਣਪ ਪ੍ਰਾਪਤ ਕਰ ਸਕਦੇ ਹਾਂ, ਸਿਆਣੇ ਹੋ ਜਾਂਦੇ ਹਾਂ। ਸਬਰ ਤੇ ਸਵੈ ਨਿਯੰਤਰਣ ਸਿਆਣਪ ਦੀ ਕੁੰਜੀ ਹੈ ਜਿਹੜੀ ਸਫਲਤਾ ਦੇ ਦਰਵਾਜ਼ੇ ਖੋਲ੍ਹਦੀ ਹੈ। ਬੇਟਾ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਤੋਂ ਪ੍ਰਣ ਕਰੋਗੇ ਕਿ ਤੁਸੀਂ ਵੀ ਆਪਣੀਆਂ ਆਦਤਾਂ, ਆਪਣੀਆਂ ਮਨਮਰਜ਼ੀਆਂ, ਆਪਣੇ ਆਚਰਣ, ਆਪਣੇ ਬੋਲ ਚਾਲ ਦੇ ਸਲੀਕੇ ਉੱਪਰ ਨਿਯੰਤਰਣ ਰੱਖੋਗੇ, ਕੰਟਰੋਲ ਰੱਖੋਗੇ ਤੇ ਆਪਣੀ ਜ਼ਿੰਦਗੀ ਨੂੰ ਸਵਾਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੋਗੇ। ਬੇਟਾ ਕਦੇ ਵੀ ਹਾਰ ਨਹੀਂ ਮੰਨਣੀ, ਕਦੇ ਵੀ ਅਸਫਲਤਾ ਤੋਂ ਹਾਰਨਾ ਨਹੀਂ ਤੇ ਹਮੇਸ਼ਾ ਆਪਣੇ ਆਪ ਵਿੱਚ ਹੋਰ ਸੁਧਾਰ ਕਰਨ ਦੇ ਮੌਕੇ ਤਰਾਸ਼ਦੇ ਰਹਿਣਾ ਹੈ ਤੇ ਹਮੇਸ਼ਾ ਅੱਗੇ ਵਧਣ ਦੇ ਯਤਨ ਕਰਦੇ ਰਹਿਣੇ ਹਨ। ਲੇਕਿਨ ਕਿਸ ਤਰ੍ਹਾਂ? ਸਵੈ ਨਿਯੰਤਰਣ ਰਾਹੀਂ। ਓਕੇ ਬੇਟਾ, ਗੋਡ ਬਲੈਸ ਯੂ, ਸਟੇ ਬਲੈਸਡ, ਸਟੇ ਸੇਫ, ਸਟੇ ਫੋਕਸਡ। ਥੈਂਕ ਯੂ ਸੋ ਮਚ।